ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਸੰਗਤ ਵੱਲੋਂ ਇੱਕ ਸਵਾਲ ਸੀ ਜਿਸ ਦੀ ਵਿਚਾਰ ਕਰਨ ਵਾਸਤੇ ਲਾਈਵ ਹੋਇਆ ਗਿਆ ਹੈ। ਬਹੁਤ ਸਾਰੇ ਗੁਰਮੁਖਾਂ ਦਾ ਸਵਾਲ ਹੈ ਵੀ ਜਦੋਂ ਵੀ ਪਰਮਾਤਮਾ ਨੂੰ ਮਿਲਣ ਦੀ ਗੱਲ ਕਰਦੇ ਨੇ, ਕੋਈ ਵੀ ਗੁਰਮੁਖ ਹੈ, ਕੋਈ ਸਾਧੂ ਹੈ, ਸੰਤ ਹੈ, ਜਿਹੜਾ ਉਸ ਪਰਮਾਤਮਾ ਦੀ ਵਿਚਾਰ, ਪਰਮਾਤਮਾ ਦੀ ਗੱਲ ਸਮਝਾਉਂਦਾ ਹੈ, ਉਹ ਗੁਰਮਤਿ ਦੇ ਮੁਤਾਬਕ ਦੱਸਦਾ ਹੈ ਜਾਂ ਉਹ ਆਪ ਦੀ ਮੱਤ ਦਾ ਇਸਤੇਮਾਲ ਕਰਦਾ ਹੈ। ਆਮ ਜਿਗਿਆਸੂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ। ਹੁਣ ਪਰਮਾਤਮਾ ਨੂੰ ਮਿਲਣ ਵਾਸਤੇ ਬਹੁਤ ਸਾਰੇ ਜੀਵ ਚੱਲਦੇ ਨੇ, ਪਰ ਜੋ ਪੂਰਨ ਗੁਰੂ ਹੈ ਉਸ ਦੇ ਉੱਪਰ, ਕਿਸ ਦੇ ਉੱਪਰ ਮਾਲਕ ਦੀ ਬਖਸ਼ਿਸ਼ ਹੈ, ਕੌਣ ਆਪ ਦੀ ਮੱਤ ਦਾ ਇਸਤੇਮਾਲ ਕਰਦਾ ਹੈ, ਇਹ ਆਮ ਜੀਵ ਨੂੰ ਨਹੀਂ ਪਤਾ ਲੱਗਦਾ। ਆਓ ਗੁਰਬਾਣੀ ਮੁਤਾਬਕ ਇੱਕ ਵਿਸ਼ਾ ਹੈ, ਸਵਾਲ ਹੈ ਵੀ ਪਰਮਾਤਮਾ ਦੇ ਸੰਬੰਧ ਵਿੱਚ ਥੋੜ੍ਹਾ ਜਿਹਾ ਵਿਚਾਰ ਖੋਲ੍ਹ ਕੇ ਸਮਝਾਈ ਜਾਏ। ਜਿੰਨੀ ਕੁ ਆਪਾਂ ਨੂੰ ਮੱਤ ਹੈ ਆਪਾਂ ਕੋਸ਼ਿਸ਼ ਕਰਦੇ ਹਾਂ। ਬਾਕੀ ਤੁਸੀਂ ਆਪ ਸਾਰੇ ਗੁਰਮੁਖ, ਗੁਰਬਾਣੀ ਪੜ੍ਹਨ ਵਾਲੇ ਹੋ, ਗਿਆਨ ਰੱਖਦੇ ਹੋ, ਵਿਚਾਰ ਲੈਂਦੇ ਹੋ। ਮਹਾਰਾਜ ਦਾ ਗੁਰਬਾਣੀ ਦੇ ਵਿੱਚ ਬਚਨ ਹੈ, ਜਿਸ ਪਰਮਾਤਮਾ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਸ ਦਾ ਕੋਈ ਵੀ ਰੂਪ, ਰੰਗ, ਰੇਖ, ਭੇਖ ਨਹੀਂ ਹੈ। ਉਹ ਵਰਨਾਂ ਤੋਂ, ਚਿਹਨਾਂ ਤੋਂ ਬਾਹਰ ਹੈ। ਜਿਸ ਨੂੰ ਮਹਾਰਾਜ ਨੇ ਸਮਝਾਇਆ ਹੈ, ਤਿਸ ਰੂਪ ਨ ਰੇਖ ਨ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਵੇ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਜਿਸ ਦੇ ਉੱਪਰ ਉਹ ਮਾਲਕ, ਉਹ ਸੱਚ, ਉਹ ਖੁਸ਼ ਹੁੰਦਾ ਹੈ, ਉਸੇ ਜੀਵ ਨੂੰ ਉਹ ਪਰਮਾਤਮਾ ਆਪਦਾ ਆਪਾ ਜਣਾਉਂਦਾ ਹੈ, ਉਸ ਨੂੰ ਆਪਦੇ ਨਿਰਾਕਾਰ ਸਰੂਪ ਦਾ ਭੇਦ ਦਿੰਦਾ ਹੈ। ਹੁਣ ਇੱਥੇ ਗੁਰਬਾਣੀ ਵਿੱਚ ਪਰਮਾਤਮਾ ਦੇ ਦੋ ਸਰੂਪ ਦੱਸੇ ਹੋਏ ਨੇ। ਇੱਕ ਹੈ ਸਰਗੁਣ, ਦੂਸਰਾ ਹੈ ਨਿਰਗੁਣ। ਸਰਗੁਣ ਇਹ ਪੰਜਾਂ ਤੱਤਾਂ ਦਾ ਆਕਾਰ ਹੈ, ਜਿਸ ਦੇ ਵਿੱਚ 84 ਲੱਖ ਜੂਨ ਆਉਂਦੀ ਹੈ। ਨਿਰਗੁਣ ਇਹ ਜੋ ਸੁੰਨ ਹੈ, ਖਾਲੀ ਖਲਾ ਹੈ, ਇਸ ਨੂੰ ਨਿਰਗੁਣ ਕਹਿੰਦੇ ਨੇ। ਇੱਥੋਂ ਜਿੱਥੋਂ ਆਪਾਂ ਨੂੰ ਸਵਾਸ ਆ ਰਹੇ ਨੇ, ਇਹ ਉਸ ਪਰਮਾਤਮਾ ਦਾ ਨਿਰਗੁਣ ਸਰੂਪ ਹੈ। ਇਸ ਸਰਗੁਣ ਅਤੇ ਨਿਰਗੁਣ, ਇਹਨਾਂ ਦੋਹਾਂ ਤੋਂ ਪਰਮਾਤਮਾ ਵੱਖਰਾ ਵੀ ਹੈ, ਜਿਸ ਨੂੰ ਸੱਚ ਕਿਹਾ ਗਿਆ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਕਿਹਾ ਹੈ। ਉਸ ਸੱਚ ਦਾ ਜੋ ਸਰੂਪ ਹੈ ਉਹ ਬਿਲਕੁਲ ਕਿਸੇ ਕਿਸਮ ਦਾ ਕੋਈ ਆਕਾਰ, ਕੋਈ ਕਿਸੇ ਕਿਸਮ ਦਾ ਕੋਈ ਰੰਗ, ਕੋਈ ਸਰੂਪ ਨਹੀਂ। ਉਹ ਨਿਰੋਲ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਿਸ ਨੂੰ ਗੁਰੂ ਨਾਨਕ ਦੇ ਘਰ ਨੇ ਸਮਝਾਇਆ, ਉਹ ਸਾਡੇ ਅੰਦਰ ਵਸਦਾ ਹੈ। ਸੋ ਤੁਮ ਹੀ ਮਹਿ ਬਸਹਿ ਨਿਰੰਤਰ, ਨਾਨਕ ਦਰਪਣ ਨਿਆਈ। ਪਰ ਨਾ ਜਾਣਦਿਆਂ ਹੋਇਆਂ ਅਸੀਂ ਉਸ ਨਿਰਾਕਾਰ ਸਰੂਪ ਦੇ ਨਾਲ ਜੁੜਨ ਦੀ ਬਜਾਏ ਕਈ ਦਫਾ ਆਕਾਰਾਂ ਦੇ ਨਾਲ, ਸਰੀਰਾਂ ਦੇ ਨਾਲ ਜੁੜ ਜਾਂਦੇ ਹਾਂ।
ਜਿਸ ਵੀ ਰਹਿਬਰ ਦੀ, ਸਾਧੂ ਦੀ, ਗੁਰਮੁਖ ਦੀ ਅਸੀਂ ਸੰਗਤ ਕਰਦੇ ਹਾਂ, ਜਦੋਂ ਅਸੀਂ ਸਿਮਰਨ ਕਰਦੇ ਹਾਂ, ਧਿਆਨ ਵੀ ਸਹਿਜ ਸੁਭਾਏ ਅਸੀਂ ਉਸ ਦੇ ਸਰੀਰ 'ਤੇ ਟਿਕਾ ਲੈਂਦੇ ਹਾਂ। ਜਿਸ ਕਰਕੇ ਜਦੋਂ ਹੀ ਅਸੀਂ ਨੇਤਰ ਬੰਦ ਕਰਕੇ ਅੰਤਰਗਤ ਸਹਿਜ ਵਿੱਚ ਜਾਂਦੇ ਹਾਂ, ਫਿਰ ਸਾਨੂੰ ਸਹਿਜ ਵਿੱਚ ਜਾ ਕੇ ਉਸ ਗੁਰਮੁਖ ਦਾ ਜੋ ਆਕਾਰ ਹੈ ਉਹ ਸਾਹਮਣੇ ਆ ਜਾਂਦਾ ਹੈ ਅਤੇ ਅਸੀਂ ਸਮਝ ਲੈਂਦੇ ਹਾਂ ਵੀ ਸਾਨੂੰ ਗੁਰਮੁਖ ਮਿਲਦੇ ਨੇ, ਸਾਡੇ 'ਤੇ ਬਖਸ਼ਿਸ਼ ਹੋ ਗਈ ਹੈ, ਅਸੀਂ ਨਿੱਜ ਘਰ ਦੇ ਵਿੱਚ, 10ਵੇਂ ਘਰ ਦੇ ਵਿੱਚ ਪ੍ਰਵੇਸ਼ ਹੋ ਚੁੱਕੇ ਹਾਂ ਅਤੇ ਸਾਡਾ ਜੀਵਨ ਸਫਲ ਹੋ ਗਿਆ ਹੈ। ਪਰ ਅਸੀਂ ਗੁਰਬਾਣੀ ਦੀ ਵਿੱਚ ਜੋ ਕਸਵੱਟੀ ਹੈ ਉਸ ਨੂੰ ਭੁੱਲ ਜਾਂਦੇ ਹਾਂ, ਜਿਸ ਕਰਕੇ ਕਈ ਦਫਾ ਜੀਵ ਜਦੋਂ ਤ੍ਰੈ ਕੁਟੀ 'ਤੇ ਆਸਣ ਲਾ ਕੇ ਸਹਿਜ ਦੇ ਵਿੱਚ ਬੈਠਦੇ ਨੇ, ਉਹਨਾਂ ਨੂੰ ਸਹਿਜ ਵਿੱਚ ਬੈਠਿਆਂ ਬੈਠਿਆਂ ਕਦੇ ਕਦਾਈ ਰੰਗ ਵੀ ਪ੍ਰਗਟ ਹੋ ਜਾਂਦੇ ਨੇ। ਕਿਸੇ ਨੂੰ ਲਾਲ ਰੰਗ ਦਾ, ਸੁਨਹਿਰੀ ਰੰਗ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਜੀਵ ਸਮਝ ਲੈਂਦਾ ਹੈ ਕਿ ਗੁਰਬਾਣੀ ਦੇ ਵਿੱਚ ਸੋਨੇ ਦਾ ਰੰਗ ਦੀ ਬਾਰੋਂ ਦੱਸਿਆ ਹੋਇਆ ਹੈ। ਜਿਸ ਤਰ੍ਹਾਂ ਮਹਾਰਾਜ ਦਾ ਬਚਨ ਹੈ, ਹਰਿਮੰਦਰ ਸ਼ਬਦੇ ਸੋਹਣਾ, ਕੰਚਨ ਕੋਟ ਅਪਾਰ, ਕਿ ਜਿਹੜਾ ਪਰਮਾਤਮਾ ਦਾ ਹਰਿਮੰਦਰ ਹੈ ਉਸ 'ਤੇ ਸੋਨੇ ਦਾ ਦਰਵਾਜ਼ਾ ਲੱਗਿਆ ਹੋਇਆ ਹੈ। ਜਦੋਂ ਅਸੀਂ ਉੱਥੇ ਜਾਵਾਂਗੇ, ਉਹ ਦਰਵਾਜ਼ਾ ਸੋਨੇ ਰੰਗ ਦਾ ਹੋਵੇਗਾ, ਸੋਨੇ ਦਾ ਉੱਥੇ ਪ੍ਰਕਾਸ਼ ਦੀ ਚਮਕ ਪਵੇਗੀ, ਅਸੀਂ ਅੰਦਰ ਪ੍ਰਵੇਸ਼ ਹੋ ਜਾਵਾਂਗੇ, ਸਾਨੂੰ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ। ਹੁਣ ਅਸੀਂ ਇਸ ਗੱਲ ਨੂੰ ਨਹੀਂ ਵਿਚਾਰਦੇ ਵੀ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਹੀ ਬਚਨ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਵੀ ਉਸ ਦਾ ਤਾਂ ਕੋਈ ਰੰਗ ਹੀ ਨਹੀਂ ਹੈ। ਜਿਸ ਨੂੰ ਤੁਸੀਂ ਸੁਨਹਿਰੀ ਰੰਗ ਦਾ ਦੱਸਦੇ ਹੋ ਜਾਂ ਉਸ ਦੀ ਚਮਕ ਇਸ ਤਰ੍ਹਾਂ ਦੀ ਸੁਨਹਿਰੀ ਰੰਗ ਦੀ ਦੱਸਦੇ ਹੋ, ਇਹ ਤਾਂ ਅਗਨ ਤੱਤ ਦਾ ਪ੍ਰਕਾਸ਼ ਹੈ। ਜਿਸ ਤਰ੍ਹਾਂ ਸਾਡੇ ਅੰਦਰ 5 ਤੱਤ ਨੇ, ਜਿਨ੍ਹਾਂ ਨੂੰ ਪੌਣ, ਪਾਣੀ, ਅਗਨੀ, ਮਿੱਟੀ ਅਤੇ ਆਕਾਸ਼ ਕਿਹਾ ਗਿਆ ਹੈ। ਇਹਨਾਂ 5 ਤੱਤਾਂ ਦੇ ਵਿੱਚੋਂ ਜੋ ਅਗਨ ਤੱਤ ਹੈ ਉਸ ਦਾ ਜੋ ਪ੍ਰਕਾਸ਼ ਹੈ ਉਹ ਸੁਨਹਿਰੀ ਰੰਗ ਦਾ ਹੈ। ਇਸੇ ਤਰ੍ਹਾਂ ਜੋ ਮਿੱਟੀ ਤੱਤ ਦਾ ਰੰਗ ਹੈ ਉਹ ਪੀਲਾ ਰੰਗ ਹੈ, ਆਕਾਸ਼ ਤੱਤ ਦਾ ਨੀਲਾ ਰੰਗ ਹੈ, ਪੌਣ ਤੱਤ ਦਾ ਹਰਾ ਰੰਗ ਹੈ, ਪਾਣੀ ਤੱਤ ਦਾ ਸਫੈਦ ਰੰਗ ਹੈ। ਇਹਨਾਂ ਤੱਤਾਂ ਦੇ ਰੰਗਾਂ ਦੇ ਵਿੱਚ ਜਦੋਂ ਅਸੀਂ ਫਸ ਜਾਂਦੇ ਹਾਂ, ਅਸੀਂ ਪਰਮਾਤਮਾ ਨੂੰ ਸਹਿਜ ਸੁਭਾਏ ਇੱਥੇ ਧਿਆਨ ਲਾ ਕੇ ਦ੍ਰਿਸ਼ਟੀ ਦੁਆਰਾ ਦੇਖਣ ਦੀ ਕੋਸ਼ਿਸ਼ ਕੀਤੀ, ਅਸੀਂ ਨਾਮ 'ਤੇ ਧਿਆਨ ਨਹੀਂ ਲਾਇਆ। ਕਿਉਂਕਿ ਜੇ ਅਸੀਂ ਨਾਮ 'ਤੇ ਧਿਆਨ ਲਾਉਂਦੇ ਤਾਂ ਇਹ ਤੱਤਾਂ ਦਾ ਪ੍ਰਕਾਸ਼ ਨਹੀਂ ਸੀ ਹੋਣਾ। ਇਹ ਤੱਤਾਂ ਦਾ ਪ੍ਰਕਾਸ਼ ਕਿਉਂ ਹੋਇਆ? ਕਿਉਂਕਿ ਅਸੀਂ ਸ਼ਬਦ ਨੂੰ ਛੱਡ ਦਿੱਤਾ, ਨਾਮ ਦੀ ਧੁਨ ਨੂੰ ਛੱਡ ਦਿੱਤਾ। ਉਸ ਦੇ 4 ਚੁਫੇਰੇ ਜਿਹੜੇ ਤੱਤ ਨੇ ਇਹ ਸਰਕਲ ਕੱਟ ਰਹੇ ਨੇ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਸਗਲੇ ਜੰਤ। ਹੁਣ ਜਿੰਨੇ ਵੀ ਸਾਡੇ ਸਰੀਰ ਨੇ ਇਹ ਨਾਮ ਵਿੱਚ ਪਰੋਏ ਹੋਏ ਨੇ, ਅਤੇ ਇਹ ਤੱਤ ਨਾਮ ਵਿੱਚ ਪਰੋਏ ਹੋਣ ਕਰਕੇ ਜਦੋਂ ਅਸੀਂ ਸਹਿਜ ਵਿੱਚ ਜਾਣਾ ਹੈ, ਜੇ ਅਸੀਂ ਤੱਤਾਂ ਦੇ ਉੱਪਰ ਜਾਂ ਇਸ ਦ੍ਰਿਸ਼ਟਮਾਨ ਤ੍ਰੈ ਕੁਟੀ 'ਤੇ ਧਿਆਨ ਲਾਵਾਂਗੇ, ਫਿਰ ਸਾਡੀ ਦ੍ਰਿਸ਼ਟੀ ਉਹਨਾਂ ਰੰਗਾਂ ਨੂੰ ਪਕੜੇਗੀ, ਜਿਸ ਨਾਲ ਸਾਨੂੰ ਸਹਿਜ ਵਿੱਚ ਜਾਣ ਦੇ ਨਾਲ ਰੰਗ ਦਿਸਣਗੇ। ਉਹ ਰੰਗਾਂ ਵਿੱਚ ਅਸੀਂ ਉਲਝ ਜਾਵਾਂਗੇ। ਜੇ ਸਾਨੂੰ ਨਹੀਂ ਇੱਥੇ ਗਿਆਨ, ਕਈ ਦਫਾ ਇਹਨਾਂ ਰੰਗਾਂ ਦੇ ਵਿੱਚ ਅੱਗੇ ਚੱਲਦਿਆਂ ਚੱਲਦਿਆਂ ਜਿਸ ਗੁਰਮੁਖ ਨੂੰ ਅਸੀਂ ਪਿਆਰ ਕਰਦੇ ਹਾਂ, ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ, ਕਈ ਦਫਾ ਸਾਡੀ ਸ਼ਰਧਾ ਬਣਦੀ ਹੈ ਵੀ ਸਾਨੂੰ ਉਹ ਮਿਲ ਜਾਣ। ਅਤੇ ਇੱਥੇ ਕਾਲ ਦਾ ਖੇਲ ਚੱਲਦਾ ਹੈ ਵੀ ਜਿਹੜਾ ਸਰੀਰ ਹੈ ਉਹ ਤੁਸੀਂ ਸਮਝਦੇ ਹੋ ਵੀ ਚਾਹੇ ਗੁਰਮੁਖ ਦਾ ਹੈ, ਉਹ ਇਸ ਆਕਾਰ ਵਿੱਚ ਆਇਆ, ਖੇਲ ਵਿੱਚ ਆ ਕੇ ਸਮਾਂ ਪਾ ਕੇ ਉਹ ਵਾਪਸ ਚਲਾ ਗਿਆ। ਅਸੀਂ ਉਸ ਦੇ ਸਰੀਰ ਨੂੰ ਨਸ਼ਟ ਕਰ ਦਿੱਤਾ, ਸੰਸਕਾਰ ਕਰ ਦਿੱਤਾ, ਉਹ ਕਾਲ ਦੇ ਦੇਸ਼ ਵਿੱਚ ਹੀ ਰਹਿ ਗਿਆ। ਨਿਰੰਕਾਰ ਦੇ ਦੇਸ਼ ਵਿੱਚ ਉਸ ਦੀ ਸੂਖਮ ਸਰੀਰ ਗਿਆ, ਉਸ ਨੇ ਨਿਰੰਕਾਰ ਵਿੱਚ ਜਾ ਕੇ ਆਸਣ ਲਾ ਲਿਆ, ਉਹ ਸੱਚ ਵਿੱਚ ਸਮਾ ਗਿਆ। ਹੁਣ ਸਾਨੂੰ ਖਾਲੀ ਖਲਾਅ ਵਿੱਚ ਜਾਂ ਇਸ ਤਰ੍ਹਾਂ ਸੁੰਨ ਵਿੱਚ ਆਸਣ ਲਾਇਆ ਜਾਂ ਅੰਦਰ ਤ੍ਰੈ ਕੁਟੀ 'ਤੇ ਧਿਆਨ ਲਾਇਆ, ਜੇ ਕੋਈ ਗੁਰਮੁਖ ਦਾ ਆਕਾਰ ਵੀ ਦਿਸਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਇਹ ਵੀ ਕਾਲ ਦੇ ਖੇਲ ਚੱਲਦਾ ਹੈ। ਕਿਉਂਕਿ ਗੁਰਬਾਣੀ ਤੋਂ ਆਪਾਂ ਸੇਧ ਲਈਏ, ਮਹਾਰਾਜ ਦਾ ਬਚਨ ਹੈ, ਸਤਿਗੁਰੂ ਹੈ ਬੋਹਿ ਥਾ, ਸ਼ਬਦ ਲੰਘਾਵਣ ਹਾਰ, ਤਿੱਥੈ ਪਵਨ ਨਾ ਪਾਵ ਕੋ, ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾਏ, ਭਵਜਲ ਤਾਰਨਹਾਰ। ਉੱਥੇ ਦੀ ਅਵਸਥਾ ਹੈ ਵੀ ਉੱਥੇ ਸੂਖਮ ਤੋਂ ਸੂਖਮ ਆਕਾਰ, ਸੂਖਮ ਤੋਂ ਸੂਖਮ ਫੁਰਨਾ ਉਹ ਨਹੀਂ ਹੈ। ਜਿੰਨੇ ਵੀ ਆਕਾਰ ਨੇ ਜਾਂ ਸੂਖਮ ਫੁਰਨੇ ਚੱਲਦੇ ਨੇ ਜਾਂ ਆਪਾਂ ਨੂੰ ਰੰਗ ਦਿਸਦੇ ਨੇ, ਇਹ ਗੰਧਰਵ ਨਗਰੀ ਦਾ ਸੀਨ ਚੱਲਦਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿੱਥੋਂ ਸਿੱਧਾਂ ਨੂੰ ਕੱਢਿਆ ਹੈ।
ਸਿੱਧ ਇਸ ਤ੍ਰੈ ਕੁਟੀ ਤੇ ਆਸਣ ਲਾ ਕੇ ਸੁਣਨ ਦੇ ਵਿੱਚ ਅੱਗੇ ਗੰਧਰਵ ਨਗਰੀ ਤੱਕ ਜਾ ਚੁੱਕੇ ਸਨ, ਜਿੱਥੇ ਆ ਕੇ ਰਿੱਧੀਆਂ ਸਿੱਧੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਇੱਥੇ ਆਸਣ ਲਾ ਲਿਆ ਤੇ ਉਹਨਾਂ ਦੀ ਅਵਸਥਾ ਇੱਥੋਂ ਤੱਕ ਚਲੀ ਗਈ ਵੀ ਉਹ ਆਪ ਦਾ ਆਕਾਰ ਵੀ ਬਦਲ ਲੈਂਦੇ ਸਨ, ਆਪ ਦੇ ਆਕਾਰ ਨੂੰ ਛੋਟਾ ਜਾਂ ਵੱਡਾ ਵੀ ਕਰ ਲੈਂਦੇ ਸਨ, ਜਿਸ ਦੇ ਨਾਲ ਉਹ ਇਹ 9 ਨਿਧੀਆਂ 18 ਸਿੱਧੀਆਂ ਇਹ ਜਿੰਨੀਆਂ ਵੀ ਕਾਲ ਦੇ ਮਤਹਿਤ ਹੁੰਦੀਆਂ ਨੇ, ਉਹ ਸਾਰੀਆਂ ਜਦੋਂ ਅਸੀਂ ਇਸ ਨਿੱਜ ਮਹਿਲ ਵੱਲ ਚੱਲਦੇ ਹਾਂ, ਇਹ ਰਸਤੇ ਵਿੱਚ ਰੁਕਾਵਟ ਪੈਦਾ ਕਰਨ ਵਾਸਤੇ ਇਹ ਮਾਇਆ ਆਉਂਦੀ ਹੈ। ਇਸ ਨੂੰ ਮਹਾਰਾਜ ਨੇ ਸਮਝਾਇਆ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇੱਥੇ ਮਾਇਆ ਰੰਗ ਬਦਲਦੀ ਹੈ, ਰੂਪ ਬਦਲਦੀ ਹੈ, ਆਕਾਰ ਬਦਲਦੀ ਹੈ, ਅਤੇ ਇੱਥੋਂ ਤੱਕ ਕਿ ਜੋ ਸਰੀਰ ਹੈ ਉਹ ਸਾਨੂੰ ਇੱਥੇ ਸੁਣ ਵਿੱਚ ਦਿਸਣਾ ਸ਼ੁਰੂ ਹੋ ਜਾਂਦੇ ਨੇ, ਗੁਰੂ ਸਾਹਿਬਾਂ ਦੇ, ਗੁਰਮੁਖਾਂ ਦੇ, ਜਾਂ ਜਿਸ ਦਾ ਵੀ ਤੁਸੀਂ ਧਿਆਨ ਧਰਦੇ ਹੋ, ਉਸ ਨੂੰ ਮੰਨਦੇ ਹੋ, ਸਹਿਜ ਵਿੱਚ ਜਾ ਕੇ ਉਹ ਚੀਜ਼ ਸਾਨੂੰ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਸਾਨੂੰ ਕਲੀਅਰ ਕੀਤਾ ਹੈ, ਜਦੋਂ ਤੁਸੀਂ ਅੰਤਰਗਤ ਜਾਣਾ ਹੈ, ਉਹ ਰਸਤਾ ਬੜਾ ਬਰੀਕ ਹੈ। ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹਿਓ, ਨਿਕਸਿਓ ਕਿਉਂ ਕਰ ਜਾਏ। ਹੁਣ ਜਦੋਂ ਸਰੋਂ ਦੇ ਦਾਣੇ ਦਾ 10ਵਾਂ ਹਿੱਸਾ, ਉਹ ਵੀ ਇੰਨਾ ਸੂਖਮ, ਜਿੱਥੇ ਤੁਸੀਂ ਇੱਥੇ ਫੁਰਨਾ ਬਣਾ ਲਿਆ, ਕਿਸੇ ਗੁਰਮੁਖ ਦਾ ਆਕਾਰ ਦੀ ਤਸਵੀਰ ਅੱਗੇ ਧਰ ਲਈ ਵੀ ਉਹ ਸਾਨੂੰ ਮਿਲਣਗੇ ਅਤੇ ਸਾਡੇ ਨਾਲ ਗੱਲ ਕਰਨਗੇ, ਅਸੀਂ ਇਸ ਨੂੰ 10ਵੇਂ ਦੁਆਰ ਦੀ ਅਵਸਥਾ ਸਮਝ ਲਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਹੈ, ਜਿਸ ਰਸਤੇ ਵਿੱਚੋਂ ਮਨ ਨੇ ਜਾਣਾ ਹੈ, ਉਹ ਰਸਤਾ ਬੜਾ ਬਰੀਕ ਹੈ। ਮੁਕਤ ਦੁਆਰਾ ਅਤ ਨਿਕਾ, ਨਾਨਾ ਹੋਏ ਸੋ ਜਾਏ, ਹਉਮੈ ਮਨ ਅਸਤੂਲ ਹੈ, ਕਿਉਂ ਕਰ ਵਿੱਚ ਦੀ ਜਾਏ। ਇਸ ਕਰਕੇ ਅਸੀਂ ਇੱਥੇ ਸਾਵਧਾਨ ਰਹਿਣਾ ਹੈ। ਅਸੀਂ ਧਿਆਨ ਸ਼ਬਦ ਦੀ ਧੁਨ 'ਤੇ ਟਿਕਾਉਣਾ ਹੈ। ਮਹਾਰਾਜ ਦਾ ਹੁਕਮ ਹੈ, ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਇੱਥੇ ਅਸੀਂ ਆਕਾਰ 'ਤੇ ਧਿਆਨ ਨਹੀਂ ਲਾਉਣਾ, ਰੰਗ 'ਤੇ ਧਿਆਨ ਨਹੀਂ ਲਾਉਣਾ, ਚਾਹੇ ਕੋਈ ਸੁਨਹਿਰੀ ਰੰਗ ਹੈ, ਚਾਹੇ ਕੋਈ ਸਾਨੂੰ ਪੀਲਾ ਰੰਗ ਹੋ ਰਿਹਾ ਹੈ, ਚਾਹੇ ਕੋਈ ਸਾਨੂੰ ਕਿਸੇ ਹੋਰ ਕਿਸਮ ਦਾ ਰੰਗ ਹੈ। ਅਸੀਂ ਗੁਰਬਾਣੀ ਮੁਤਾਬਕ ਵਿਚਾਰ ਕਰਨਾ ਹੈ ਵੀ ਇੱਥੇ ਕੋਈ ਆਕਾਰ, ਕੋਈ ਰੰਗ 10ਵੇਂ ਦੁਆਰ ਦੇ ਵਿੱਚ ਨਹੀਂ ਹੈ। ਇਹ ਮਨ ਮਤ ਹੋ ਜਾਂਦੀ ਹੈ, ਇੱਥੇ ਕਾਲ ਦਾ ਖੇਲ ਸ਼ੁਰੂ ਹੋ ਜਾਂਦਾ ਹੈ। ਹੁਣ ਐਸੀ ਅਵਸਥਾ ਜਦੋਂ ਸਾਡੀ ਮਨ ਦੀ ਬਣੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਵਧਾਨ ਕੀਤਾ ਹੈ, ਧਿਆਨ ਧਰੋ ਤਿਹ ਕੋ ਮਨ ਮੇ, ਜਿਹ ਕੋ ਅਮਿਤੋਜ ਸਭੇ ਜਗ ਛਾਇਓ। ਜਿਸ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਉਹ ਸਾਰਿਆਂ ਵਿੱਚ ਹੈ। ਉਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿੱਚ ਚੱਲਦਾ ਪਿਆ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਣਾ। ਉਸ ਵਿੱਚੋਂ ਜੋ ਸ਼ਬਦ ਪੈਦਾ ਹੋ ਰਿਹਾ ਹੈ, ਅਸੀਂ ਧਿਆਨ ਉਸ ਸ਼ਬਦ 'ਤੇ ਟਿਕਾਉਣਾ ਹੈ। ਉਹ ਸ਼ਬਦ ਹੀ ਸਾਡੀ ਅਗਵਾਈ ਕਰੇਗਾ। ਮਹਾਰਾਜ ਦਾ ਬਚਨ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਕੋਸ਼ਿਸ਼ ਕਰਦਿਆਂ ਹੋਇਆਂ ਅਸੀਂ ਆਕਾਰਾਂ ਤੋਂ ਉੱਪਰ ਉੱਠਣਾ ਹੈ, ਰੰਗਾਂ ਤੋਂ ਉੱਪਰ ਉੱਠਣਾ ਹੈ, ਅਤੇ ਪਰਮਾਤਮਾ ਦੇ ਉੱਪਰ ਧਿਆਨ ਧਰਨਾ ਹੈ, ਪਰਮਾਤਮਾ ਦੇ ਨਾਮ ਦੇ ਉੱਪਰ ਧਿਆਨ ਧਰਨਾ ਹੈ, ਕਿਸੇ ਆਕਾਰ ਦੇ ਨਾਲ ਨਹੀਂ ਜੁੜਨਾ। ਜੇ ਆਪਣੀ ਇੱਛਾ ਹੈ ਵੀ ਅਸੀਂ ਸਰਗੁਣ ਰੂਪ ਵਿੱਚ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਵੀ ਜਦੋਂ ਵੀ ਤੁਸੀਂ ਨੇਤਰ ਖੋਲ੍ਹ ਕੇ ਇੱਧਰ ਸੰਸਾਰ ਵਿੱਚ ਦੇਖਦੇ ਹੋ, ਇਹ ਸਾਰਾ ਹੀ ਪਰਮਾਤਮਾ ਦਾ ਸਰਗੁਣ ਸਰੂਪ ਹੈ। ਇਹ ਨੇਤਰੋ ਮੇਰਿਓ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅਸੀਂ ਇਸ ਵਿੱਚ ਦੇਖ ਸਕਦੇ ਹਾਂ ਪਰਮਾਤਮਾ ਦਾ ਜੋ ਇਹ ਆਕਾਰ ਹੈ, ਇਹ ਜਿੰਨੇ ਵੀ ਆਕਾਰ ਨੇ, ਇਹ ਸੱਚ ਵਿੱਚੋਂ ਹੀ ਪੈਦਾ ਹੋਏ ਨੇ। ਇਸ ਤਰੀਕੇ ਨਾਲ ਜੇ ਅਸੀਂ ਨਿਰਗੁਣ ਨੂੰ ਵਿੱਚ ਜਾ ਕੇ ਆਸਣ ਲਾਉਣਾ ਹੈ, ਉੱਥੋਂ ਅਸੀਂ ਸ਼ਬਦ ਨੂੰ ਪਕੜਨਾ ਹੈ। ਸ਼ਬਦ ਵਿੱਚ ਆਸਣ ਲਾਉਣ ਦੇ ਨਾਲ ਸਾਡੇ ਅੰਦਰ ਉਹ ਜੋ ਨਿਰਾਕਾਰ ਦਾ ਪ੍ਰਕਾਸ਼ ਹੈ, ਉਹ ਪ੍ਰਗਟ ਹੋਵੇਗਾ, ਅਸੀਂ ਉਸ ਵਿੱਚ ਲੀਨ ਹੋ ਜਾਵਾਂਗੇ। ਕਈ ਦਫਾ ਅਸੀਂ ਭਰਮ ਵਿੱਚ ਗੁਰਬਾਣੀ ਦਾ ਨਾ ਸਹੀ ਵਿਚਾਰ ਹੋਣ ਕਰਕੇ ਇੱਕ ਗੁਰਮੁਖ ਨੇ ਇਸ ਤਰ੍ਹਾਂ ਕੁਝ ਵਿਚਾਰ ਕਰ ਲਈ ਵੀ ਪਰਮਾਤਮਾ ਜਦੋਂ ਅੰਦਰ ਮਿਲੇਗਾ ਅਤੇ ਉਹ ਗੁਰਮੁਖਾਂ ਦੇ ਰੂਪ ਵਿੱਚ ਦਰਸ਼ਨ ਦੇਵੇਗਾ, ਅਤੇ ਬਚਨ ਕਰ ਦਿੱਤਾ ਵੀ ਪਰਮਾਤਮਾ ਦੇ ਲੰਮੇ ਵਾਲ ਨੇ, ਪਰਮਾਤਮਾ ਦਾ ਸੋਹਣਾ ਮੁਖ ਹੈ, ਪਰਮਾਤਮਾ ਦਾ ਸਰਗੁਣ ਦੀ ਇਹ ਬਚਨ ਉੱਥੇ ਜੋ ਗੁਰਬਾਣੀ ਵਿੱਚ ਸੀ।
ਹੁਣ ਉਹ ਜੋ ਦ੍ਰਿਸ਼ਟਮਾਨ ਰੂਪ ਵਿੱਚ ਗੁਰਬਾਣੀ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ, ਉਹ ਸਰਗੁਣ ਸਰੂਪ ਦੀ ਹੈ। ਉਸ ਨੂੰ ਆਪਾਂ ਤੁਸੀਂ ਸਾਰੇ ਹੀ ਪੜ੍ਹਦੇ ਹੋ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਲੰਮੜੇ ਜਿਨ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਇਸ ਅਵਸਥਾ ਵਿੱਚ ਉਹ ਸਰਗੁਣ ਸਰੂਪ ਦੀ ਹੈ, ਜਿੱਥੇ ਉਹਨਾਂ ਨੇ ਪਰਮਾਤਮਾ ਦੀ ਉਸਤਤ ਕੀਤੀ ਹੈ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕਿ ਜਿਹੜੇ ਤੁਹਾਡੇ ਸਰਗੁਣ ਸਰੂਪ ਦੀ ਚਾਲ ਹੈ ਇਹ ਬੜੀ ਸੁੰਦਰ ਹੈ, ਇਸ ਦੀ ਬਾਣੀ ਬੜੀ ਮਿਠਾਸ ਵਾਲੀ ਹੈ। ਜਿਸ ਤਰ੍ਹਾਂ ਕੋਇਲ ਦੀ ਆਵਾਜ਼ ਹੈ, ਇਸੇ ਤਰ੍ਹਾਂ ਇਸ ਦੀ ਆਵਾਜ਼ ਚੱਲਦੀ ਹੈ। ਇਸ ਤਰ੍ਹਾਂ ਉਹਨਾਂ ਨੇ ਕਈ ਦਫਾ ਬਚਨ ਕੀਤੇ, ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੁਗੋਲ। ਵੀ ਜਿੰਨਾ ਵੀ ਇਹ ਸੰਸਾਰ ਹੈ, ਹਰੀ ਦਾ ਮੰਦਰ ਇਹ ਨਗਰੀ ਹੈ, ਇਸ ਦੇ ਵਿੱਚ ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ ਜੀਵ ਉਹ ਪਰਮਾਤਮਾ ਦਾ ਸਰਗੁਣ ਸਰੂਪ ਹੈ। ਸੋ ਉੱਥੇ ਸਰਗੁਣ ਨੂੰ ਦੱਸਿਆ ਹੈ ਵੀ ਪਰਮਾਤਮਾ ਦੇ ਇਸ ਤਰ੍ਹਾਂ ਦਾ ਆਕਾਰ ਨੇ। ਇਹ ਨਹੀਂ ਵੀ ਅੰਦਰ ਜਾ ਕੇ ਸਾਨੂੰ ਕੋਈ ਆਕਾਰ ਮਿਲੇਗਾ, ਅਸੀਂ ਉਸ ਨੂੰ ਦੇਖਣਾ ਹੈ, ਅਸੀਂ ਉਸ ਦੀ ਨਾਲ ਗੱਲ ਕਰ ਸਕਦੇ ਹਾਂ, ਉਹ ਸਾਡੀ ਗਾਈਡੈਂਸ ਕਰੇਗਾ। ਇਸ ਤਰ੍ਹਾਂ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਜੇ ਤੁਸੀਂ ਪਰਮਾਤਮਾ ਨੂੰ ਦ੍ਰਿਸ਼ਟਮਾਨ ਰੂਪ ਵਿੱਚ ਦੇਖਣਾ ਹੀ ਚਾਹੁੰਦੇ ਹੋ ਤਾਂ ਇਹ ਨੇਤਰਾਂ ਦੁਆਰਾ ਸੰਸਾਰ ਵਿੱਚ ਵਿਚਰੋ, ਦੇਖੋ। ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਤੁਸੀਂ ਸਰਗੁਣ ਦਾ ਸਤਿਕਾਰ ਕਰੋ, ਪਰ ਧਿਆਨ ਤੁਸੀਂ ਸ਼ਬਦ ਦਾ ਟਿਕਾਓ ਅਤੇ ਅੰਦਰ ਜੋ ਸੱਚ ਪ੍ਰਗਟ ਹੁੰਦਾ ਹੈ ਉੱਥੇ ਜਾਣਾ ਹੈ, ਉੱਥੇ ਧਿਆਨ ਟਿਕਾਉਣਾ ਹੈ। ਪੂਜਾ ਅਕਾਲ ਦੀ ਕਰਨੀ ਹੈ। ਸੋ ਇਹਨਾਂ ਰੰਗਾਂ ਤੋਂ ਅਤੇ ਇਹਨਾਂ ਆਕਾਰਾਂ ਦੇ ਜੋ ਸੂਖਮ ਬਹੁਤ ਸਾਰੇ ਜੀਵ ਧਿਆਨ ਵਿੱਚ ਜਾ ਕੇ ਮਹਿਸੂਸ ਕਰਦੇ ਨੇ ਵੀ ਸਾਨੂੰ ਸਹਿਜ ਵਿੱਚ ਜਾ ਕੇ ਕਿਸੇ ਦਾ ਆਕਾਰ ਆਉਂਦਾ ਹੈ ਅਤੇ ਅਸੀਂ ਉਸ ਨਾਲ ਗੱਲ ਕਰਦੇ ਹਾਂ, ਸਾਨੂੰ ਕੋਈ ਇਸ ਤਰ੍ਹਾਂ ਦਾ ਪ੍ਰਕਾਸ਼ ਹੁੰਦਾ ਹੈ ਰੰਗਾਂ ਦਾ, ਅਸੀਂ ਉੱਥੇ ਬੈਠ ਜਾਂਦੇ ਹਾਂ। ਇਹ ਗੁਰਮਤਿ ਮੁਤਾਬਕ ਗਲਤ ਹੈ। ਇਸ ਚੀਜ਼ ਨੂੰ ਆਪਾਂ ਸਮਝ ਕੇ ਗੁਰਬਾਣੀ ਦੀ ਅਗਵਾਈ ਵਿੱਚ ਚੱਲਣਾ ਹੈ। ਧਿਆਨ ਵਿੱਚ ਜਾ ਕੇ ਅਸੀਂ ਜੋ ਪਰਮਾਤਮਾ ਦਾ ਨਿਰੋਲ ਸੱਚ ਦਾ ਪ੍ਰਕਾਸ਼ ਹੈ, ਉਹ ਸਾਡੀ ਅਸਲੀ ਮੰਜ਼ਿਲ ਹੈ, ਉਹ ਆਪਣਾ ਮੁਕਾਮ ਹੈ ਜਿਸ ਨੂੰ ਆਪਾਂ ਪ੍ਰਾਪਤ ਕਰਨਾ ਹੈ। ਸੋ ਇੰਨੀਆਂ ਹੀ ਬੇਨਤੀਆਂ ਨੇ। ਵਿਚਾਰਾਂ ਦੌਰਾਨ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਤੇ ਗੁਰੂ ਬਖਸ਼ਣੇ ਹੋਗੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ ਸਿਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਸਵਾਲ ਜੋ ਸੰਗਤ ਦਾ ਹੋਵੇਗਾ, ਇਸੇ ਤਰ੍ਹਾਂ ਲਾਈਵ ਹੋ ਕੇ ਉਹ ਵਿਚਾਰਿਆ ਜਾਵੇਗਾ। ਹੋਰ ਕਿਸੇ ਗੁਰਮੁਖ ਦੇ ਜਦੋਂ ਸਵਾਲ ਹੋਣ ਪਰਮਾਰਥ ਦੇ ਸੰਬੰਧ ਵਿੱਚ, ਉਹ ਆਪ ਜੀ ਜਦੋਂ ਮਰਜ਼ੀ ਇੱਥੇ ਗਰੁੱਪ ਵਿੱਚ ਜਾਂ ਇਸ ਫੇਸਬੁੱਕ ਦੇ ਮੈਸੇਜ ਦੇ ਰੂਪ ਵਿੱਚ ਪਾ ਸਕਦੇ ਹੋ, ਤਾਂ ਕਿ ਆਪਾਂ ਰਲ ਮਿਲ ਕੇ ਗੁਰਬਾਣੀ ਦੀ ਅਗਵਾਈ ਦੇ ਵਿੱਚ ਆਪ ਦੇ ਜੀਵਨ ਦੇ ਵਿੱਚ ਗਿਆਨ ਦਾ ਜੋ ਪ੍ਰਕਾਸ਼ ਹੈ ਉਸ ਨੂੰ ਲੈ ਕੇ ਚੱਲੀਏ। ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।